ਅੱਜ ਖਾਲਸਾ ਪੰਥ ਦਾ ਦਿਹਾੜਾ ਔਰ ਦੇਸ਼ ਵਿਦੇਸ਼ ਦੇ ਵਿੱਚ ਇਸ ਦਿਹਾੜੇ ਨੂੰ ਬੜੀ ਸ਼ਰਧਾ ਦੇ ਨਾਲ ਤੇ ਉਜਲਾਸ ਦੇ ਨਾਲ ਮਨਾਇਆ ਜਾ ਰਿਹਾ ਹੈਗਾ। ਪਰ ਨਾਲ ਦੀ ਨਾਲ ਇੱਕ ਵਾਕਿਆ 1978 ਦਾ ਵੀ ਆ। ਇਸੇ ਦਿਨ ਹੀ ਨਿਹੱਥੇ ਸਿੱਖਾਂ ਉੱਪਰ ਗੋਲੀਆਂ ਚੱਲਦੀਆਂ ਤੇ 13 ਸਿੰਘ ਸ਼ਹੀਦ ਹੁੰਦੇ ਨੇ। ਉਹ ਸਾਕਾ ਨਿਰੰਕਾਰੀ ਕਾਂਡ ਅੰਮ੍ਰਿਤਸਰ ਦਾ। ਦੋਨਾਂ ਦਿਨਾਂ ਨੂੰ ਸਿੱਖ ਇਤਿਹਾਸ ਦੇ ਵਿੱਚ ਜਾਂ ਦੇਸ਼ ਦੇ ਇਤਿਹਾਸ ਦੇ ਵਿੱਚ ਮਾਈਨਸ ਕਰਕੇ ਨਹੀਂ ਦੇਖਿਆ ਜਾ ਸਕਦਾ। ਉਹ ਦੋਨੇ ਹੀ ਚੜ੍ਹਦੀ ਕਲਾ ਦੇ ਪ੍ਰਤੀਕ ਵੀ ਨੇ ਔਰ ਨਾ ਹੀ ਇਹ ਭੁੱਲਣਯੋਗ ਨੇ। ਇਸ ਮੁੱਦੇ ਤੇ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਇਸ ਸਮੇਂ ਨੇ ਬਹੁਤ ਹੀ ਸੀਨੀਅਰ ਪੱਤਰਕਾਰ ਅਤੇ ਲੇਖਕ ਸਰਦਾਰ ਜਗਤਾਰ ਸਿੰਘ ਹੋਣਾ ਨੇ। ਸਰ, ਅੱਜ ਦਾ ਦਿਨ ਬਹੁਤ ਮਹੱਤਵਪੂਰਨ ਆ। ਜਿਹੜਾ ਖਾਲਸਾ ਪੰਥ, ਇਹਨੂੰ ਤੇ ਕਦੀ ਵੀ ਅਸੀਂ ਮਾਈਨਸ ਕਰਕੇ ਨਹੀਂ ਦੇਖ ਸਕਦੇ ਤੇ ਸਾਡੀ ਚੜ੍ਹਦੀ ਕਲਾ ਦਾ ਪ੍ਰਤੀਕ ਆ। ਪਰ ਇਸੇ ਦਿਨ ਜਿਹੜਾ ਕਾਂਡ ਜੁੜਦਾ, ਨਿਰੰਕਾਰੀ ਕਾਂਡ, ਉਹਦੇ ਅੱਜ ਦੇ ਦਿਨ ਨੂੰ ਲੈ ਕੇ ਕਿਵੇਂ ਦੇ ਮਾਇਨੇ ਸਮਝੇ ਜਾ ਸਕਦੇ ਨੇ? ਅੱਜ ਦੇ ਦਿਨ 'ਚ ਕੀ ਉਹ ਜਿਹੜਾ ਪਿਛੋਕੜ ਆ ਉਹਨੂੰ ਅਸੀਂ ਭੁਲਾ ਸਕਦੇ ਕਿ ਜਾਂ ਪਿਛਲੀਆਂ ਗਲਤੀਆਂ ਨੂੰ ਅਸੀਂ ਭਵਿੱਖ ਦੇ ਵਿੱਚ ਅੱਗੇ ਲੈ ਕੇ ਚੱਲਦੇ ਨੇ ਕਿ ਦੁਬਾਰਾ ਉਹ ਇਹੋ ਜਿਹੇ ਜਿਹੜੇ ਕਾਂਡ ਨੇ ਉਹ ਦੁਬਾਰਾ ਨਾ ਵਾਪਰਨ? ਪੰਜਾਬ ਵਿੱਚ ਮੇਰੇ ਖਿਆਲ 'ਚ 2 ਨਹੀਂ 3 ਵਿਸਾਖੀਆਂ ਬਹੁਤ ਮਹੱਤਵਪੂਰਨ ਹੈ। ਅੱਜ ਦਾ ਦਿਨ ਪਹਿਲਾ, ਸਭ ਤੋਂ ਪਹਿਲੀ ਵਿਸਾਖੀ, ਜਿਹੜਾ ਮੈਂ ਧਰਮ ਦੇ ਵਿੱਚ ਮੈਨੂੰ ਬਹੁਤੀ ਮੁਹਾਰਤ ਨਹੀਂ, ਲੇਕਿਨ ਜਿੰਨੀ ਕਿ ਮੈਨੂੰ ਸਮਝ ਹੈ, ਗੁਰੂ ਨਾਨਕ ਦੇਵ ਜੀ ਨੇ ਜਿਹੜਾ ਇੱਕ ਆਦਰਸ਼ ਮਨੁੱਖ ਤੇ ਆਦਰਸ਼ ਸਮਾਜ ਸਿਰਜਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ, ਉਹਦੀ ਸਿਖਰ ਇਹ ਵਿਸਾਖੀ ਸੀ 1699 ਦੀ। ਖਾਲਸਾ ਐਜ਼ ਰਿਲੀਜੀਓ ਪੋਲੀਟੀਕਲ ਐਂਟਿਟੀ ਪੈਦਾ ਹੋਇਆ। ਇੱਕ ਬਿਲਕੁਲ ਨਵੀਂ ਕਨਸੈਪਟ ਦੁਨੀਆ ਦੇ ਵਿੱਚ ਸਾਹਮਣੇ ਆਈ। ਇਹ ਹੋਰ ਕਿਸੇ ਧਰਮ ਦੇ ਵਿੱਚ ਨਹੀਂ ਮਿਲਦੀ। ਵਿਸਾਖੀ 1919, ਜਲਿਆਂਵਾਲਾ ਬਾਗ, ਉਹਨੇ ਨੈਰੇਟਿਵ ਸਾਰਾ ਬਦਲਤਾ ਆਜ਼ਾਦੀ ਦੀ ਲੜਾਈ ਦਾ। ਤੀਸਰੀ ਵਿਸਾਖੀ ਪੰਜਾਬ ਦੇ ਸੰਦਰਭ ਦੇ ਵਿੱਚ 1978 ਦੀ ਹੈ। ਉਹਨੇ ਫਿਰ ਐਸਾ ਨੈਰੇਟਿਵ ਸਿਰਜਿਆ ਕਿ ਉਹ ਨੈਰੇਟਿਵ ਅੱਜ ਵੀ ਕਾਇਮ ਹੈ। 78 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ। ਉਸ ਵੇਲੇ ਇੱਕ ਜਿਹੜੀ ਤੁਸੀਂ ਚੀਜ਼, ਜੇ ਇਹਨੂੰ ਹੋਰ ਡੂੰਘਾਈ ਦੇ ਨਾਲ ਸਮਝਣਾ ਹੋਇਆ, ਅਗਰ ਅਸੀਂ ਖਾਲਸਾ ਪੰਥ ਦੇ ਦਿਹਾੜੇ ਦੀ ਗੱਲ ਕਰੀਏ, ਉਸ ਵਿਸਾਖੀ ਦੀ ਗੱਲ ਕਰਦੇ, ਉਹ ਧਾਰਮਿਕ ਆਜ਼ਾਦੀ, ਇੱਕ ਆਪਣੀ ਸਟੈਬਲਿਸ਼ਮੈਂਟ। 1919 ਦੀ ਗੱਲ ਕਰਦੇ, ਦੇਸ਼ ਦੀ ਆਜ਼ਾਦੀ ਨੂੰ ਜੋੜ ਕੇ ਦੇਖ ਸਕਦੇ। ਜਿਹੜੀ 1978 ਵਾਲੀ ਆ, ਇਹ ਫਿਰ ਇਹ ਕਿਹੜੀ ਆਜ਼ਾਦੀ ਹੋਈ ਕਿ ਜਾਂ ਸਿੱਖਾਂ ਦੇ ਖਿਲਾਫ ਇੱਕ ਹੋਰ ਛੜੰਤਰ ਸੀ? ਉਸ ਆਜ਼ਾਦੀ ਨੂੰ ਉਹਦੇ ਨਾਲ ਜੋੜ ਕੇ ਦੇਖ ਸਕਦੇ ਅਸੀਂ? ਮੇਰੇ ਖਿਆਲ ਦੇ ਵਿੱਚ ਮੈਂ ਇਹਨੂੰ ਥੋੜਾ ਜਿਹਾ ਨਾ ਹੋਰ ਢੰਗ ਨਾਲ ਲੈਣਾ। ਇਹ ਸਿੱਖ ਰੇਨੇਸਾਂ ਦਾ ਪੀਰੀਅਡ ਮੈਂ ਇਹਨੂੰ ਲੈਣਾ। ਜਦੋਂ ਅਸੀਂ ਸਟੂਡੈਂਟ ਸੀਗੇ, ਉਸ ਜ਼ਮਾਨੇ ਦੇ ਵਿੱਚ ਖਾਸ ਕਰਕੇ ਸਟੂਡੈਂਟਸ ਦੇ ਵਿੱਚ ਲੈਫਟ ਦਾ ਬਹੁਤ ਜ਼ੋਰ ਸੀ। ਜਿਹਨਾਂ ਨੂੰ ਤੁਸੀਂ ਕਹਿੰਦੇ ਵੀ ਕੁਰੀਤੀਆਂ, ਉਹ ਬਹੁਤ ਆ ਚੁੱਕੀਆਂ ਸੀਗੀਆਂ। ਤੇ ਜਿਹੜਾ ਯੂਥ ਸੀ ਉਹ ਧਰਮ ਤੋਂ ਪਾਸੇ ਜਾ ਰਿਹਾ ਸੀ। ਦਮਦਮੀ ਟਕਸਾਲ ਦੀ ਇੱਕ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਕਿ ਸੰਤ ਕਰਤਾਰ ਸਿੰਘ ਨੇ ਧਰਮ ਪ੍ਰਚਾਰ ਪੂਰੇ ਜ਼ੋਰ ਸ਼ੋਰ ਨਾਲ ਸ਼ੁਰੂ ਕੀਤਾ ਸੀ। ਉਹਨਾਂ ਤੋਂ ਬਾਅਦ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ 77 'ਚ ਉਹ ਸੀਨ 'ਤੇ ਆਏ ਅਤੇ ਉਹਨਾਂ ਨੇ ਉਹ ਪ੍ਰੋਸੈਸ ਜਾਰੀ ਰੱਖਿਆ। ਉਸ ਪੀਰੀਅਡ ਦੇ ਵਿੱਚ ਦਮਦਮੀ ਟਕਸਾਲ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਨਾਲ ਕਨਫੈਡਰੇਸ਼ਨ ਦੇ ਵਿੱਚ ਵੀ ਇੱਕ ਵਾਰੀ ਆਉਂਦੀ ਹੈ। ਉਹ ਦਿੱਲੀ ਦੀ ਇੰਸੀਡੈਂਟ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਐਨੀਵਰਸਰੀ ਮਨਾਈ ਗਈ ਸੀਗੀ। ਉੱਥੇ ਸੰਤ ਕਰਤਾਰ ਸਿੰਘ ਸਟੇਜ 'ਤੇ ਸੀਗੇ। ਅਤੇ ਨਾਰਮਲ ਇੱਕ ਪੰਜਾਬ ਹਿੰਦੁਸਤਾਨ 'ਚ ਦੇਖਿਆ ਗਿਆ, ਖਾਸ ਕਰਕੇ ਇਸ ਪੰਜਾਬ ਦੇ ਰੀਜਨ ਦੇ ਵਿੱਚ, ਜਾਂ ਉਹ ਡੇਰੇ ਜਿਹੜੇ ਸਿੱਖਾਂ ਦੇ ਨਾਲ ਸਿੱਧੇ ਜਾਂ ਅਸਿੱਧੇ ਤੌਰ 'ਤੇ ਰਿਲੇਟਡ ਹੈ। ਇੰਡੀਅਨ ਸਟੇਟ ਕਈ ਵਾਰੀ ਉਹਨਾਂ ਨੂੰ ਯੂਜ਼ ਕਰਨ ਦੀ ਕੋਸ਼ਿਸ਼ ਕਰਦੀ ਹੈ ਸਿੱਖ ਧਰਮ ਦੇ ਖਿਲਾਫ, ਵੋਟ ਬੈਂਕ ਵੀ, ਈਵਨ ਅਦਰਵਾਈਜ਼ ਵੀ। ਉਸ ਪ੍ਰੋਸੈਸ ਦੇ ਵਿੱਚ ਇੰਦਰਾ ਗਾਂਧੀ ਸਰਕਾਰ ਨੇ ਨਿਰੰਕਾਰੀ ਸੈਕਟ ਨੂੰ ਪੈਟਰੋਨਾਈਜ਼ ਦੇਣੀ ਸ਼ੁਰੂ ਕਰਤੀ। ਬੜੀ ਕਮਾਲ ਦੀ ਗੱਲ ਹੈ ਕਿ ਇਹ ਜਿਹੜਾ ਸੈਕਟ ਹੈ, ਜਦੋਂ ਓਰੀਜਨਲੀ ਸ਼ੁਰੂ ਹੋਇਆ ਹੈ, ਇਹ ਸਿੱਖਾਂ ਦੇ ਵਿੱਚ ਰਿਫਾਰਮ ਕਰਨ ਵਾਸਤੇ ਸ਼ੁਰੂ ਹੋਇਆ ਸੀ। ਲੇਕਿਨ ਉਹਦਾ ਇੱਕ ਸੈਕਟ ਉਹ ਡਿਵਾਈਡ ਹੋ ਕੇ
ਇਸ ਰੂਪ ਦੇ ਵਿੱਚ ਸਾਹਮਣੇ ਆਇਆ, ਜਿਹਦਾ ਗੁਰੂ ਇੱਕ ਸਟੇਜ ਤੇ ਅਵਤਾਰ ਸਿੰਘ ਸੀ। ਤੇ ਇਹਨਾਂ ਨੇ ਸਿੱਖੀਜ਼ਮ ਦੇ ਵਿੱਚ ਡਿਸਟੋਰਸ਼ਨ ਲਿਆਉਣੀ ਸ਼ੁਰੂ ਕਰਤੀ, ਜਿਹਦੇ ਤੇ ਅਕਾਲੀ ਦਲ ਤੇ SGPC ਲਗਾਤਾਰ ਆਬਜੈਕਟ ਕਰ ਰਹੇ ਸੀ। ਔਰ ਦਮਦਮੀ ਟਕਸਾਲ ਨੇ 1973 ਦੇ ਵਿੱਚ ਉਸ ਡਿਸਟੋਰਸ਼ਨ ਦੇ ਖਿਲਾਫ ਇੱਕ ਮੁਹਿੰਮ ਸ਼ੁਰੂ ਕੀਤੀ। ਉਹਨਾਂ ਨਾਲ ਆਪਣਾ ਜਥਾ ਲੱਗਿਆ, ਅਖੰਡ ਕੀਰਤਨੀ ਜਥਾ। ਇਹ ਦੋਵਾਂ ਨੇ ਇਹ ਮੁਹਿੰਮ ਸ਼ੁਰੂ ਕੀਤੀ। ਜਦੋਂ ਇੱਕ ਮੁਹਿੰਮ ਚੱਲ ਰਹੀ ਹੋਵੇ, SGPC ਔਰ ਅਕਾਲੀ ਦਲ ਤੇ ਬਾਕੀ ਸਿੱਖ ਸੈਕਟ ਉਹਨਾਂ ਤੇ ਕਿੰਤੂ ਪਰੰਤੂ ਕਰ ਰਹੇ ਹੋਣ, ਉਸ ਵੇਲੇ 78 ਦਾ ਵਾਕਿਆ ਹੁੰਦਾ ਹੈ। 77 'ਚ ਸਾਰਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੂਜੀ ਵਾਰ ਬਣਦੇ ਆ। ਅੱਜ ਤੱਕ ਦੋ ਗੱਲਾਂ ਕਦੇ ਮੈਨੂੰ ਵੀ ਸਮਝ ਨਹੀਂ ਆਈਆਂ। ਮੈਂ ਪੂਰੀ ਇਨਵੈਸਟੀਗੇਟ ਕਰਨ ਦੀ ਕੋਸ਼ਿਸ਼ ਵੀ ਕੀਤੀ ਆਪਣੇ ਲੈਵਲ ਤੇ ਆ ਕੇ। 78 ਦੇ ਵਿੱਚ ਸਿੱਖਾਂ ਦਾ ਕਲੈਸ਼ ਹੁੰਦਾ ਹੈ ਨਿਰੰਕਾਰੀਆਂ ਨਾਲ। ਉਹਨਾਂ ਦਾ ਆਲ ਇੰਡੀਆ ਦਾ ਫੰਕਸ਼ਨ ਸੀ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਦੇ ਵਿੱਚ। ਜਦੋਂ ਆਲਰੇਡੀ ਸਿੱਖਾਂ ਦੀ ਉਸ ਸੰਸਥਾ ਨਾਲ ਟੈਨਸ਼ਨ ਚੱਲ ਰਹੀ ਹੈ ਤੇ ਉਹਨਾਂ ਨੂੰ ਵਿਸਾਖੀ ਵਾਲੇ ਦਿਨ ਹੀ ਆਪਣਾ ਪ੍ਰੋਗਰਾਮ ਅੰਮ੍ਰਿਤਸਰ 'ਚ ਇਸ ਸਕੇਲ ਤੇ ਕਰਨ ਦੀ ਇਜਾਜ਼ਤ ਕਿਹਨੇ ਦਿੱਤੀ? ਮਤਲਬ ਉਸ ਸਮੇਂ ਅਕਾਲੀ ਸਰਕਾਰ ਸੀ, ਅੰਮ੍ਰਿਤਸਰ ਦੇ ਵਿਖੇ ਪ੍ਰੋਗਰਾਮ ਕਰਨ ਦੀ ਇਜਾਜ਼ਤ ਦਿੱਤੀ। ਨਿਰੰਕਾਰੀਆਂ ਦਾ ਹੈੱਡਕੁਆਟਰ ਦਿੱਲੀ, ਸਰਕਾਰ ਚਾਹੁੰਦੀ ਤੇ ਉਹ ਉਸ ਦਿਨ ਪਤਾ ਸੀ ਕਲੈਸ਼ ਹੋਣਾ, ਉਹ ਪ੍ਰੋਗਰਾਮ ਨੂੰ ਕੈਂਸਲ ਕਰਵਾ ਸਕਦੀ ਜਾਂ ਪਰਮਿਸ਼ਨ ਨਾ ਦਿੰਦੀ। ਨਹੀਂ, ਮੈਂ ਇਹ ਨਹੀਂ ਕਹਿੰਦਾ ਵੀ ਪਤਾ ਸੀ ਕਲੈਸ਼ ਹੋਣਾ ਹੈ, ਟੈਨਸ਼ਨ ਸੀ, ਕਲੈਸ਼ ਹੋ ਸਕਦਾ ਸੀ। ਜਦੋਂ ਲਗਾਤਾਰ ਇੱਕ ਟੈਨਸ਼ਨ ਬਿਲਡ ਹੋਈ ਹੋਵੇ ਤੇ ਉਦੋਂ ਪਰਮਿਸ਼ਨ ਦੇਣੀ, ਇਹ ਮੇਰੇ ਸਮਝ ਨਹੀਂ ਆਈ। ਲੇਕਿਨ ਬਾਅਦ 'ਚ ਹੌਲੀ ਹੌਲੀ ਤੁਹਾਨੂੰ ਕਿਤੇ ਸਮਝ ਆਉਣੀ ਸ਼ੁਰੂ ਹੁੰਦੀ ਹੈ ਵੀ ਪਿੱਛੇ ਸਮੱਸਿਆ ਕੀ ਹੈ। ਘਟਨਾ ਵਾਪਰੂਗੀ। ਦੂਸਰਾ ਸਵਾਲ ਜਿਹੜਾ ਹੈ ਨਾਲ ਜੁੜਦਾ ਇਹਦੇ, ਜਿਹਦਾ ਹੁਣ ਤੱਕ ਵੀ ਜਵਾਬ ਨਹੀਂ ਹੈ, ਉਹ ਹੈ ਕਿ ਜਦੋਂ ਇਹ ਸਾਰਾ ਕੁਝ ਹੋ ਗਿਆ, 13 ਸਿੰਘ ਸ਼ਹੀਦ ਹੋ ਗਏ, ਉਸ ਤੋਂ ਬਾਅਦ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਨੂੰ ਸਟੇਟ ਦੇ ਵਿੱਚੋਂ ਕਿਵੇਂ ਦਿੱਲੀ ਜਾਣ ਦਿੱਤਾ ਤੇ ਕੌਣ ਛੱਡ ਕੇ ਆਇਆ? ਜੇ ਸਟੇਟ ਚਾਹੁੰਦੀ ਤੇ ਉਹਨੂੰ ਉੱਥੇ ਇਸ ਘਟਨਾ ਤੋਂ ਬਾਅਦ ਰੋਕ ਸਕਦੀ ਸੀ ਤੇ ਗ੍ਰਿਫਤਾਰ ਕਰ ਸਕਦੀ ਸੀ। ਸ਼ਹੀਦ ਹੋਣ ਵਾਲਿਆਂ ਦੇ ਵਿੱਚ 9 ਅਖੰਡ ਕੀਰਤਨੀ ਜਥੇ ਔਰ 4 ਸਿੰਘ ਦਮਦਮੀ ਟਕਸਾਲ ਦੇ ਸੀ। ਜਿਹੜੇ ਨਿਰੰਕਾਰੀ ਚੀਫ ਸੀ ਉਹਨਾਂ ਨੂੰ ਤੁਸੀਂ ਜਿਹੜੀ ਕਥਿਤ ਦੋਸ਼ੀ ਜਾਂ ਕੋ ਅਕਿਊਜ਼ਡ ਸਰਕਾਰ ਬਣਾ ਸਕਦੀ ਕਾਨੂੰਨ ਮੁਤਾਬਕ? ਹਾਂ, ਉੱਥੇ ਕੋਈ ਅਰੈਸਟ ਨਹੀਂ ਕੀਤੀ ਗਈ, ਅਰੈਸਟਾਂ ਬਾਅਦ ਦੇ ਵਿੱਚ ਹੁੰਦੀਆਂ। ਇਹ ਇਨ ਐਕਸ਼ਨ ਕਿਉਂ ਹੋਇਆ? ਜਦੋਂ ਇਹ ਜਲੂਸ ਸਿੰਘਾਂ ਦਾ ਦਰਬਾਰ ਸਾਹਿਬ ਤੋਂ ਚੱਲਿਆ, ਇਹ ਪ੍ਰੋਟੈਸਟ ਕਰਨ ਗਏ ਸੀ, ਇਹ ਨਹੀਂ ਕਿ ਉਹਨਾਂ ਨੂੰ ਰੋਕਣ ਜਾ ਰਹੇ ਸੀਗੇ। ਉੱਥੇ ਉਹਨਾਂ ਦਾ 15-20 ਹਜ਼ਾਰ ਬੰਦਾ ਇਕੱਠਾ ਹੋਇਆ ਸੀਗਾ, ਇੱਥੋਂ ਸਿਰਫ 150 ਬੰਦਾ ਗਿਆ। 150 ਬੰਦਾ ਦਾ ਕਿਸੇ ਪ੍ਰੋਗਰਾਮ ਨੂੰ ਨਹੀਂ ਰੋਕ ਸਕਦਾ, ਪ੍ਰੋਟੈਸਟ ਹੀ ਕਰ ਸਕਦਾ ਸੀ। ਜਦੋਂ ਸ਼ੁਰੂ ਹੁੰਦਾ ਸਾਰਾ ਕੁਝ, ਮੈਂ ਇਹ ਮੰਨ ਕੇ ਚੱਲਦਾ ਕਿ ਉਹਨਾਂ ਦਿਨਾਂ ਦੇ ਵਿੱਚ ਕਮਿਊਨੀਕੇਸ਼ਨ ਹੈ ਨਹੀਂ ਸੀ, ਇਹਨਾਂ ਲੈਂਡਲਾਈਨਸ ਹੀ ਹੁੰਦੀਆਂ ਸੀਗੀਆਂ। ਲੇਕਿਨ ਜਿਸ ਥਾਂ ਤੇ ਇਹ ਦੁਖਾਂਤ ਵਾਪਰਿਆ, ਉਸ ਤੋਂ ਜਿਹੜਾ ਸਦਰ ਪੁਲਿਸ ਸਟੇਸ਼ਨ ਹੈ, ਉਹ 10 ਮਿੰਟ ਦਾ ਰਸਤਾ ਹੈ ਸਾਰਾ। ਜਦੋਂ ਟੈਨਸ਼ਨ ਬਿਲਡ ਹੋ ਰਹੀ ਸੀ, ਉੱਥੇ ਹੋਰ ਪੁਲਿਸ ਕਿਉਂ ਨਹੀਂ ਤਾਇਨਾਤ ਕੀਤੀ ਗਈ? ਸਾਰਾ ਕੁਝ ਹੀ ਹੋ ਸਕਦਾ ਸੀ। ਇਹ ਉਹ ਦੁਖਾਂਤ ਆ ਜਿਹੜਾ ਰੋਕਿਆ ਜਾ ਸਕਦਾ ਸੀ। ਮਤਲਬ ਜੇ ਤੁਸੀਂ ਪ੍ਰੋਗਰਾਮ ਨਹੀਂ ਕੈਂਸਲ ਕਰ ਸਕਦੇ, ਜਿਹੜਾ ਸਿੰਘਾਂ ਦਾ ਜੱਥਾ ਜਾ ਰਿਹਾ ਸੀ ਪ੍ਰੋਟੈਸਟ, ਉਹਨੂੰ ਤੇ ਰੋਕ ਹੀ ਸਕਦੇ ਸੀ। ਹਾਂ, ਉਹਨੂੰ ਰੋਕ ਸਕਦੇ ਸੀ, ਕੋਈ ਨੰਬਰ ਗਿਣਤੀ ਵੀ ਕੋਈ ਜ਼ਿਆਦਾ ਨਹੀਂ ਸੀ, ਔਰ ਰੁਕ ਗਏ ਸੀ ਇੱਕ ਸਟੇਜ ਤੇ। ਉਹ ਤਾਂ ਵੇਟ ਕਰ ਰਹੇ ਸੀ ਵੀ ਇਹ ਹੁਣ ਸਾਡੇ ਪ੍ਰੋਟੈਸਟ ਤੋਂ ਬਾਅਦ ਆਪਣੀ ਟੋਨ ਚੇਂਜ ਕਰਦੇ ਜਾਂ ਨਹੀਂ ਕਰਦੇ। ਉਹ ਦੁਬਾਰਾ ਫਿਰ ਕਲੈਸ਼ ਸ਼ੁਰੂ ਹੁੰਦਾ ਹੈ। ਸੋ ਉਹ ਪੀਰੀਅਡ ਸੀ ਜਿਹੜਾ ਮਿਸਹੈਂਡਲ ਹੋਇਆ ਪਿਆ। ਇੱਕ ਤਾਂ ਮਿਸਹੈਂਡਲ ਹੋਇਆ, ਦੂਜਾ ਬਾਬਾ ਗੁਰਬਚਨ ਸਿੰਘ ਨੂੰ ਕਿਹਦੇ ਕਹਿਣ ਤੇ ਛੱਡ ਕੇ ਆਈ ਪੁਲਿਸ ਐਸਕਾਰਟ ਕਰਕੇ? ਇਹ ਸਵਾਲ ਅੱਜ ਤੱਕ ਬਣਿਆ ਹੋਇਆ ਹੈ। ਲੋਕਲ ਜਿਹੜੀ ਐਡਮਿਨਿਸਟ੍ਰੇਸ਼ਨ ਆ, ਚਾਹੇ ਉਹ ਪੁਲਿਸ ਸਾਈਡ ਤੋਂ ਚਾਹੇ DC ਸਾਈਡ ਤੋਂ, ਮੌਕੇ ਦੇ ਅਫਸਰਾਂ ਦਾ ਫੇਲਿਅਰ ਹੈ ਜੀ? ਨਹੀਂ, ਬਿਲਕੁਲ ਫੇਲਿਅਰ ਹੈ। ਸਰ, ਫੇਲਿਅਰ ਨਹੀਂ ਹੈ। ਜਿਹੜੀ ਗੱਲ ਮੈਂ ਕਹਿ ਰਿਹਾ ਵੀ ਛੱਡ ਕੇ ਆਏ, ਜਿਹੜਾ ਛੱਡ ਕੇ ਆਉਣਾ ਹੈ ਨਾ, ਇਹ ਇਸ਼ਾਰਾ ਕਿਤੇ ਹੋਰ ਕਰਦਾ। ਮਤਲਬ ਪੂਰੀ ਸਟੇਟ ਇਨਵੋਲਵਮੈਂਟ ਹੋ ਗਈ ਇੱਥੇ। ਸਟੇਟ ਇਨਵੋਲਵ ਹੈ ਕਿਉਂਕਿ ਇੱਥੇ 2 ਮਿਨਿਸਟਰ ਉਹਨਾਂ ਨੇ ਪਾਰਟਿਸਿਪੇਟ ਕਰਨਾ ਸੀ ਕੈਬਨਿਟ ਦੇ, ਪੰਜਾਬ ਦੇ।
ਉਹਦੇ ਚ ਦੋ ਮਿਨਿਸਟਰ ਸਾਂਝੀ ਸਰਕਾਰ ਸੀ, ਅਕਾਲੀ ਦਲ ਦੇ ਸੀ ਜਾਂ ਬੀਜੇਪੀ ਦੇ ਹੋਣੇ? ਬੀਜੇਪੀ ਦੇ 2 ਮਿਨਿਸਟਰਾਂ ਨੇ ਪਾਰਟਿਸਿਪੇਟ ਕਰਨਾ ਸੀ, ਉਦੋਂ ਜਨਤਾ ਪਾਰਟੀ ਹੁੰਦੀ ਸੀ। ਤੇ ਇੱਕ ਜਿਹੜਾ ਇਹਨਾਂ ਦਾ ਗੈਸਟ ਸੀ ਉਹ ਲਾਲਾ ਜਗਤ ਨਾਰਾਇਣ ਸੀ। ਇਹ ਸਰਕਟ ਹਾਊਸ ਬੈਠੇ ਸੀ ਜਦੋਂ ਇਹ ਰੌਲਾ ਵਾਪਰਿਆ, ਇਹ ਫਿਰ ਉੱਥੇ ਗਏ ਨਹੀਂ। ਲਾਲਾ ਜਗਤ ਨਾਰਾਇਣ ਨੂੰ ਸਟੇਟ ਗਵਰਨਮੈਂਟ ਵੱਲੋਂ ਡਿਕਲੇਅਰ ਕੀਤਾ ਹੋਇਆ ਸੀ। ਗੱਲ ਸਿਰਫ ਪਰਮਿਸ਼ਨ ਦੇਣ ਦੀ ਨਹੀਂ ਹੈ, ਇੱਕ ਇਨਸਾਨ ਜਿਹੜਾ ਉੱਥੇ ਪਾਰਟਿਸਿਪੇਟ ਕਰਨ ਜਾ ਰਿਹਾ ਹੈ ਉਹਨੂੰ ਸਟੇਟ ਗੈਸਟ ਡਿਕਲੇਅਰ ਕਰਕੇ ਸਰਕਟ ਹਾਊਸ ਰੱਖਿਆ ਹੋਇਆ। ਲਾਲਾ ਜਗਤ ਨਾਰਾਇਣ ਤੇ ਕਾਂਗਰਸ ਵੱਲੋਂ ਮਿਨਿਸਟਰ ਵੀ ਰਹਿ ਚੁੱਕੇ ਨਾ ਸੀ? ਨਹੀਂ, ਬਿਲਕੁਲ ਰਹਿ ਚੁੱਕੀ ਹੈ। ਉਹ ਨਰਕਾਰੀਆਂ ਦਾ ਉਹ ਸਾਰੇ ਪ੍ਰੋਸੈਸ ਸਾਥ ਦੇ ਰਹੇ ਸੀ, ਇਸ ਕਰਕੇ ਉਹਨਾਂ ਦੇ ਗੈਸਟ ਸੀ ਉੱਥੇ ਪਾਰਟਿਸਿਪੇਟ ਕਰਨਾ ਸੀ ਉਹਨਾਂ ਨੇ। ਇਹ ਬਾਈ ਨੇਮ ਸੀ ਕਿ ਬੀਜੇਪੀ ਦੇ ਜਨਤਾ ਪਾਰਟੀ ਦੇ ਜਿਹੜੇ 2 ਮਿਨਿਸਟਰ ਕੌਣ ਹੋਣਗੇ, ਕਿਹਨਾਂ ਨੇ ਜਾਣਾ ਸੀ? ਨਹੀਂ, ਪਾਰਟੀ ਦਾ ਫੈਸਲਾ ਸੀ। ਇੱਕ ਤਾਂ ਬਲਰਾਜ ਦਾ ਟੰਡਨ ਸੀ, ਇੱਕ ਮੇਰੇ ਖਿਆਲ ਦੇ ਵਿੱਚ ਸ਼ਾਇਦ ਮਦਨ ਮੋਹਨ ਮਿੱਤਲ ਜਾਂ ਕੋਈ ਹੋਰ ਹੈ, ਮੇਰੀ ਕਿਤਾਬ 'ਚ ਪਹਿਲੇ 'ਚ ਨਾਂ ਲਿਖਿਆ ਹੋਇਆ, ਮੈਂ ਇਸ ਵੇਲੇ ਭੁੱਲ ਗਿਆ। ਹਾਂਜੀ। ਇੱਕ ਹੋਰ ਜਿਹੜਾ ਸਭ ਤੋਂ ਕਿ ਬਹੁਤ ਸਾਰੇ ਜਿਹੜੇ ਮੌਕੇ ਤੇ ਜਿਹੜੇ ਅਫਸਰ ਸੀ, ਚਾਹੇ ਉਹ IAS ਜਾਂ DC, ਉਹ ਵੀ ਦੂਜੀ ਸਟੇਟ ਤੋਂ ਆ ਕੇ ਉਹ ਵੀ ਮੰਚ ਤੇ ਬੈਠੇ ਹੋਏ ਸੀ, ਇਦਾਂ ਦਾ ਵੀ ਕੋਈ ਚਰਚਾ ਸੀ? ਨਹੀਂ, ਦੂਜੀ ਸਟੇਟ ਤੋਂ ਨਹੀਂ, ਦੂਜੇ ਜ਼ਿਲ੍ਹੇ ਤੋਂ। ਹਾਂ, ਨਹੀਂ, ਬਿਲਕੁਲ ਠੀਕ ਹੈ। ਤੇ ਆਪਣੇ ਗੁਰਦਾਸਪੁਰ ਤੋਂ ਸਰਦਾਰ ਨਰਿੰਦਰ ਸਿੰਘ, ਉਹ ਜਿਹੜੇ ਇਹਨਾਂ ਦੇ ਨੌਰਤਨ ਸੀਗੇ ਨਰਕਾਰੀਆਂ ਦੇ, ਉਹਨਾਂ ਵਿੱਚ ਇੱਕ ਉਹ ਸੀਗੇ। ਮਤਲਬ ਕੋਈ ਔਨ ਸਰਵਿਸ ਇਦਾਂ ਦੀ ਕਿਸੇ ਧਾਰਮਿਕ ਬੋਡੀ ਦੇ ਵਿੱਚ ਜਾਂ ਧਾਰਮਿਕ ਸੰਸਥਾ ਦੇ ਵਿੱਚ ਬੰਦਾ, ਉਹਦਾ ਦਾਇਰਾ ਖੁੱਲਾ ਜਾ ਸਕਦਾ ਹੈਗਾ ਕਿ ਜਾਂ ਇੱਕ ਡੈਕੋਰਮ ਹੁੰਦਾ ਆਫੀਸਰ ਦਾ ਵੀ? ਜੀ, ਮੇਰੇ ਖਿਆਲ ਦੇ ਵਿੱਚ ਸਰਵਿਸ ਕੰਡੀਸ਼ਨ ਦੇ ਵਿੱਚ ਇਹ ਪਰਮਿਸ਼ਨ ਨਹੀਂ ਮਿਲਦੀ ਕਿ ਤੁਸੀਂ ਕਿਤੇ ਇਸ ਢੰਗ ਨਾਲ ਜਾ ਕੇ ਪਾਰਟਿਸਿਪੇਟ ਕਰੋ। ਫੇਥ ਵੱਖਰੀ ਗੱਲ ਹੈ, ਲੇਕਿਨ ਪ੍ਰੋਗਰਾਮ 'ਚ ਇਸ ਢੰਗ ਨਾਲ ਸਟੇਜ ਤੇ ਪਾਰਟਿਸਿਪੇਟ ਕਰਨਾ ਵੱਖਰੀ ਗੱਲ ਹੈ। ਅੰਮ੍ਰਿਤਸਰ DC ਸੀ ਕੁਲਦੀਪ ਜਜਵਾ, SSP ਗੁਰਬਚਨ ਜਗਤ, तो तीसरे अफसर ये गुरदासपुर तो आए ਸੀਗੇ। ਇਹ ਪਹਿਲਾਂ ਕੁਲਦੀਪ ਜਜਵਾ ਦੇ ਘਰ ਗਏ, ਉੱਥੋਂ ਇਹ ਸਟੇਜ ਤੇ ਗਏ। ਇਹ ਸੀਕੁਐਂਸ ਹੈ ਸਾਰੀ ਗੱਲ ਦੀ। ਮਤਲਬ ਕਿਤੇ ਨਾ ਕਿਤੇ ਪੰਥ ਨੂੰ ਇੱਕ ਚੈਲੰਜ ਸੀ, ਬੜਾ ਪ੍ਰੀ ਪਲਾਨਡ ਕੀਤਾ ਗਿਆ, ਜਿਹਦੇ ਚ ਸਟੇਟ ਇਨਵੋਲਵਮੈਂਟ ਆ, ਬਿਊਰੋਕ੍ਰੇਸੀ ਇਨਵੋਲਵਮੈਂਟ ਆ, ਪਾਰਟੀਆਂ ਇਨਵੋਲਵਮੈਂਟ ਆ। ਜਿਹੜਾ ਪ੍ਰੋਗਰਾਮ ਹੈ ਉਹ ਸਟੇਟ ਨੂੰ ਉਹਦੀ ਪੈਟਰੋਨੇਜ ਨਜ਼ਰ ਆਉਂਦੀ ਹੈ। ਕਲੈਸ਼ ਹੋ ਗਿਆ, ਗੱਲ ਵੱਖਰੀ ਹੈ, ਲੇਕਿਨ ਪ੍ਰੋਗਰਾਮ ਨੂੰ ਪੈਟਰੋਨੇਜ ਨਜ਼ਰ ਆ ਰਹੀ ਹੈ, ਬੜਾ ਕਲੀਅਰ ਹੈ। 1979 ਦੇ ਵਿੱਚ ਅਲਟੀਮੇਟਲੀ ਇਹ ਬਾਦਲ ਸਾਹਿਬ ਤੇ ਚਾਰਜ ਲੱਗਿਆ ਸੀਗਾ ਕਿ ਇਹ ਨਰਕਾਰੀਆਂ ਬਾਰੇ ਬਹੁਤ ਸਾਫਟ ਅਪਰੋਚ ਹੈ ਇਹਨਾਂ ਦੀ। ਚਾਰਜ ਲਾਇਆ ਸੀ ਉਸ ਵੇਲੇ ਦੇ SGPC ਪ੍ਰਧਾਨ ਗੁਰਜਸ ਸਿੰਘ ਟੌੜਾ ਤੇ ਅਕਾਲੀ ਦਲ ਦੇ ਪ੍ਰਧਾਨ ਜਗਦੇਵ ਸਿੰਘ ਤਲਵੰਡੀ, ਦੋਵਾਂ ਨੇ ਚਾਰਜ ਸ਼ੀਟ ਬਾਦਲ ਸਾਹਿਬ ਦੇ ਖਿਲਾਫ ਅਕਾਲ ਤਖਤ ਤੇ ਸਬਮਿਟ ਕੀਤੀ ਸੀ। ਸੋ ਇੱਥੋਂ ਤੱਕ ਕਿ ਸਾਰੀ ਗੱਲ ਗਈ ਸੀਗੀ। ਤੁਸੀਂ ਸਟੇਟ ਇਨਵੋਲਵਮੈਂਟ ਉਦੋਂ ਮਤਲਬ ਕਿ ਪ੍ਰਕਾਸ਼ ਸਿੰਘ ਬਾਦਲ ਸੂਬੇ ਦੇ ਮੁੱਖ ਮੰਤਰੀ ਸਨ। ਇੱਕ ਹੋਰ ਬੜਾ ਚਰਚਾ ਚ ਰਿਹਾ ਗਿਆ, ਕਈ ਕਿਤਾਬਾਂ 'ਚ ਵੀ ਜ਼ਿਕਰ ਹੈ ਕਿ ਜਿਸ ਦਿਨ ਇਹ ਕਾਂਡ ਵਾਪਰਦਾ ਹੈਗਾ, 13 ਸਿੱਖ ਸ਼ਹੀਦ ਹੁੰਦੇ ਨੇ, ਪ੍ਰਕਾਸ਼ ਸਿੰਘ ਬਾਦਲ ਅੰਮ੍ਰਿਤਸਰ ਦੇ ਵਿੱਚ ਮੌਜੂਦ ਸਨ। ਨਹੀਂ, ਉਹ ਗਲਤ ਹੈ। ਉਹ ਤੁਸੀਂ ਅਖਬਾਰਾਂ ਚੱਕੋ, ਤੁਹਾਨੂੰ ਸਾਰਾ ਰਿਕਾਰਡ ਮਿਲ ਜਾਂਦਾ ਹੈ। ਇਹ ਮੇਰੇ ਕੋਲ ਵੀ ਇਹ ਇਨਫੋਰਮੇਸ਼ਨ ਆਈ ਸੀਗੀ, ਲੇਕਿਨ ਉਹ ਬੰਬੇ ਸੀਗੇ ਤੇ ਉਹ ਸਾਰਾ ਆਨ ਦੀ ਰਿਕਾਰਡ ਕਿਤਾਬ ਤੁਹਾਨੂੰ ਖਬਰਾਂ 'ਚ ਮਿਲ ਜਾਂਦਾ। ਉਹ ਬੰਬੇ ਤੋਂ ਵਾਪਸ ਆਏ ਸੀਗੇ, ਮੌਕੇ ਤੇ ਹਾਜ਼ਰ ਨਹੀਂ ਸੀ। ਨਹੀਂ, ਮੌਕੇ ਤੇ ਉਹ 15 ਤਰੀਕ ਨੂੰ ਆਉਂਦੇ, ਮੇਰੇ 14 ਜਾਂ 15 ਨੂੰ ਪਹੁੰਚਦੇ, ਮੇਰਾ ਖਿਆਲ ਹੈ ਅੰਮ੍ਰਿਤਸਰ। ਇਹ ਤੁਹਾਨੂੰ ਲੱਗਦਾ ਕਿ ਇਹ ਜਿਹੜਾ ਪੂਰਾ ਕਾਂਡ ਵਾਪਰਿਆ ਹੈਗਾ, ਔਰ ਉਸ ਤੋਂ ਬਾਅਦ ਜੇ ਪੰਜਾਬ ਦੇ ਵਿੱਚ ਕਹਿੰਦੇ ਕਿ ਖਾੜਕੂਵਾਦ ਦੀ ਨੀਂਹ ਰੱਖੀ ਗਈ ਜਾਂ ਪੰਜਾਬ ਦੇ ਵਿੱਚ ਮਾੜਾ ਮਾਹੌਲ ਵਾਪਰਿਆ, ਕਾਲੇ ਦਿਨ ਸਨ, ਉਹਦੇ ਪਿੱਛੇ ਇਹ ਜਿਹੜਾ ਨਿਰੰਕਾਰੀ ਕਾਂਡ ਹੈ ਉਹ ਬਹੁਤ ਵੱਡੀ ਉਹਦੀ ਇੱਕ ਭੂਮਿਕਾ ਸੀ। ਇਹਨੂੰ ਮਨਫੀ ਕਰਕੇ ਨਹੀਂ ਦੇਖਿਆ ਜਾ ਸਕਦਾ ਕਿ ਜੇ ਪੰਜਾਬ ਵਿੱਚ ਮਾੜੇ ਦਿਨ ਆਏ ਨੇ, ਕਾਲਾ ਦੌਰ ਹੈ ਜਾਂ ਖਾੜਕੂਵਾਦ ਜਾਂ ਖਾਲਿਸਤਾਨ ਦੀ ਗੱਲ ਹੋਈ ਹੈ, ਇਹ ਇੱਕ ਵਜ੍ਹਾ ਸੀ। ਨਹੀਂ, ਇਹ ਖਾੜਕੂਵਾਦ ਦੀ ਮੇਨ ਜੜ ਹੈ ਜੀ। ਹੁਣ ਹੋਇਆ ਕੀ ਹੈ, ਇਹ ਥੋੜਾ ਜਿਹਾ ਇਹ ਸਮਝਣ ਦੀ ਲੋੜ ਹੈ। ਜੇ ਇਨਸਾਫ ਮਿਲ ਜਾਂਦਾ ਸਿੱਖਾਂ ਨੂੰ ਤੇ ਸ਼ਾਇਦ ਇਹ ਨੌਬਤ ਨਾ ਆਉਂਦੀ। ਬਦਲੇ ਦੀ ਭਾਵਨਾ ਪੰਜਾਬ ਦੇ ਵਿੱਚ ਤੇ ਸਿੱਖਾਂ ਵਿੱਚ ਖਾਸ ਕਰਕੇ ਹਮੇਸ਼ਾ ਹੀ ਰਹੀ ਹੈ। ਜਦ ਦਸਮ ਪਾਤਸ਼ਾਹ ਦੇ ਬੱਚਿਆਂ ਨੂੰ ਦੋਵਾਂ ਨੂੰ ਨੀਹਾਂ ਚੜਿਆ ਗਿਆ ਤੇ ਉਸ ਤੋਂ ਬਾਅਦ ਬੰਦਾ ਬਹਾਦਰ ਨੇ ਸਰਹੰਦ ਦੀ ਇੱਟ ਖੜਕਾਤੀ ਸੀ। ਸੋ ਲਗਾਤਾਰ ਹੀ ਤੁਰਿਆ ਆਉਂਦਾ ਹੈ। ਉਦਮ ਸਿੰਘ ਆਜ਼ਾਦ ਨੇ ਕਿੰਨੇ ਸਾਲਾਂ ਬਾਅਦ ਜਲਿਆਂਵਾਲਾ ਬਾਗ ਦਾ ਬਦਲਾ ਲਿਆ ਸੀ। ਸਿੱਖ ਸਾਈਕੀ ਦੇ ਵਿੱਚ ਇੱਕ ਨਾਰਮਲ ਫਿਨੋਮੀਨਾ। ਹੁਣ ਇਸ ਕੇਸ ਦੇ ਵਿੱਚ
ਨਾ ਤਾਂ ਇਨਵੈਸਟੀਗੇਸ਼ਨ ਪ੍ਰੋਪਰ ਹੋਈ ਤੇ ਕੇਸ ਟ੍ਰਾਂਸਫਰ ਕਰਤਾ ਕਰਨਾਲ ਤੇ 1980 ਦੇ ਵਿੱਚ ਉਹ ਸਾਰੇ ਐਕਵਿਟ ਹੋ ਗਏ। ਇਹ ਸਟੇਟ ਕਰ ਸਕਦੀ ਹੈਗੀ ਕਿ ਜੀ, ਕਿੱਦਾਂ ਕੇਸ ਕਿਵੇਂ ਹਰਿਆਣੇ ਦੇ ਵਿੱਚ ਟ੍ਰਾਂਸਫਰ ਹੋਇਆ ਜੀ? ਗਵਰਨਮੈਂਟ ਆਫ ਇੰਡੀਆ ਨੇ ਕੀਤਾ, ਹਾਈ ਕੋਰਟ ਕੀਤਾ ਜਾਂ ਪੰਜਾਬ ਸਟੇਟ ਨੇ? ਉਹ ਹਾਈ ਕੋਰਟ ਦਾ ਹੁੰਦਾ ਹੈ, ਉਹ ਜੁਡੀਸ਼ੀਅਲ ਪ੍ਰੋਸੈਸ ਹੈ, ਉਹ ਅਸੀਂ ਚੈਲੰਜ ਨਹੀਂ ਕਰ ਸਕਦੇ। ਚਲੋ, ਲੇਕਿਨ ਇਨਵੈਸਟੀਗੇਸ਼ਨ ਤੇ ਤਾਂ ਸਵਾਲ ਉੱਠੇ ਹੋਏ ਹੈ ਬਈ ਉਹ ਉੱਥੇ ਵੀ ਮਿਸਹੈਂਡਲ ਹੋਈ ਹੈ। ਉਹ ਬਾਦਲ ਸਾਹਿਬ ਦੇ ਵੇਲੇ ਹੋਈ ਹੈ ਨਾ। ਉਸ ਤੋਂ ਬਾਅਦ ਜਦੋਂ ਐਕਵਿਟ ਹੋਏ ਉਸ ਵੇਲੇ ਹਜੇ ਬਾਦਲ ਸਰਕਾਰ ਸੀ ਪਾਵਰ 'ਚ। ਚੈਲੰਜ ਤੇ ਕੀਤਾ ਹੀ ਜਾ ਸਕਦਾ ਹੈ, ਚਾਹੇ ਆਉਣ ਲੱਗੇ ਫਾਈਲ, ਇਹ ਫੈਸਲਾ ਹੋ ਗਿਆ ਇਨ ਪ੍ਰਿੰਸੀਪਲ ਕਿ ਚੈਲੰਜ ਕਰਨਾ ਹੈ। ਤੇ ਵਿੱਚੋਂ ਕਿਸੇ ਨੇ, ਬਾਦਲ ਸਾਹਿਬ ਨੇ ਫਾਈਲ ਉਸ ਵੇਲੇ ਕਲੀਅਰ ਕੀਤੀ ਹੋਈ, ਸਾਈਨ ਕੀਤੇ ਹੋਏ ਵੀ ਚੈਲੰਜ ਕਰਨਾ ਹੈ। ਕਿਸੇ ਨੇ ਸੁਜੈਸਟ ਕੀਤਾ ਵੀ ਨਹੀਂ ਆਪਾਂ ਵਕੀਲ ਕੋਈ ਵੱਡਾ ਕਰ ਲਈਏ, ਤੇ ਬਾਦਲ ਸਾਹਿਬ ਕਹਿੰਦੇ ਫਾਈਲ ਰੋਕ ਲਓ। ਫਿਰ ਅਜੇ ਫਾਈਲ ਰੁਕ ਗਈ, ਨਾਲ ਹੀ ਸਰਕਾਰ ਡਿਸਮਿਸ ਹੋ ਗਈ। ਉਸ ਤੋਂ ਬਾਅਦ ਨਰਕਾਰੀਆ ਨੇ ਅਪਰੋਚ ਕੀਤਾ ਗਵਰਨਰ ਨੂੰ। ਗਵਰਨਰ ਨੇ ਫੈਸਲਾ ਲਿਆ ਕਿ ਇਹ ਚੈਲੰਜ ਨਹੀਂ ਕਰਨਾ। ਜੇ ਉਹ ਚੈਲੰਜ ਕੀਤਾ ਹੁੰਦਾ ਤੇ ਸ਼ਾਇਦ ਸਿਚੁਏਸ਼ਨ ਥੋੜੀ ਜਿਹੀ ਡਿਫਰੈਂਟ ਹੁੰਦੀ। ਮੈਂ ਹੁਣ ਗੱਲ ਪੂਰੀ ਕਰ ਦਿਆਂ। ਇੱਕ ਮੇਰੇ ਵਿੱਚ ਸਵਾਲ ਆ ਰਿਹਾ ਸਰ ਕਿ ਅਕਾਲੀ ਦਲ ਨੇ ਹਮੇਸ਼ਾ ਡੇਰੇਵਾਦ ਜਾਂ ਅਕਾਲੀ ਦਲ ਡੇਰੇਵਾਦ ਦੇ ਪ੍ਰਤੀ ਸੌਫਟ ਕਾਰਨਰ ਰਿਹਾ ਗਾ। ਅਸੀਂ ਨਿਰੰਕਾਰੀ ਨੂੰ ਤੇ ਇਹ ਡੇਰੇਵਾਦ 'ਚ ਸਾਰੀਆਂ ਚੀਜ਼ਾਂ ਆ ਜਾਂਦੇ ਨੇ, ਸਾਰੇ ਜਿੰਨੇ ਨਵੇਂ ਜਿਨ੍ਹਾਂ ਨੇ ਆਪਣੇ ਆਪ ਨੂੰ ਇੱਕ ਨਵਾਂ ਸੈਕਟ ਬਣਾਉਣ ਦੀ ਕੋਸ਼ਿਸ਼ ਕੀਤੀ ਹੈਗੀ, ਤੇ ਅਕਾਲੀ ਦਲ ਸ਼ੁਰੂ ਤੋਂ ਸੌਫਟ ਕਾਰਨਰ ਰਿਹਾ ਅਜਿਹੇ ਲੋਕਾਂ ਦੇ ਨਾਲ। ਦੇਖੋ, ਅਕਾਲੀ ਦਲ ਐਜ਼ ਸੱਚ ਦਾ ਕੋਈ ਸੌਫਟ ਕਾਰਨਰ ਇਹਨਾਂ ਬਾਰੇ ਨਹੀਂ ਸੀ। ਬਾਦਲ ਸਾਹਿਬ ਦਾ ਕਿਉਂ ਸੀ ਇਹ ਮੇਰੇ ਸਮਝ ਨਹੀਂ ਆਈ। ਮੈਂ ਹੁਣ ਬਾਦਲ ਸਾਹਿਬ ਨੂੰ ਇਸ ਨੈਰੇਟਿਵ ਦੇ ਵਿੱਚ ਹੋਰ ਢੰਗ ਨਾਲ ਲੈ ਕੇ ਆਉਣਾ, ਕਿਉਂਕਿ ਜਿਹੜਾ ਸਵਾਲ ਤੁਸੀਂ ਕੀਤਾ ਹੈ ਨਾ ਸੌਫਟ ਕਾਰਨਰ, ਇਹ ਹੋਰ ਢੰਗ ਨਾਲ ਸੀ। SGPC ਦੀ ਇਲੈਕਸ਼ਨ ਆਉਂਦੀ ਹੈ ਮਾਰਚ 79 ਜਨਰਲ ਹਾਊਸ ਦੀ। ਹੁਣ ਜਿਹੜਾ ਕਿਹਾ ਜਾਂਦਾ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਕਾਂਗਰਸ ਦੀ ਸਪੋਰਟ ਸੀ, ਮੈਂ ਉਸ ਨੈਰੇਟਿਵ ਤੇ ਆਉਣਾ। ਬਾਦਲ ਸਾਹਿਬ CM ਹੈ। ਗੁਰਜਸ ਸਿੰਘ ਟੌੜਾ ਦਾ ਇੱਕ ਨਾਰਮਲ ਹੁੰਦਾ ਸੀ ਹਮੇਸ਼ਾ ਹੀ ਐਟੀਟਿਊਡ ਕਿ ਉਹ ਘੱਟ ਹੀ ਦਖਲ ਦਿੰਦੇ ਸੀ ਜਦੋਂ SGPC ਦੇ ਕੈਂਡੀਡੇਟ ਦੀ ਸਿਲੈਕਸ਼ਨ ਹੁੰਦੀ ਸੀ। ਇਹ ਉਹਨਾਂ ਬਾਰੇ ਸ਼ਾਇਦ ਇਹ ਬਹੁਤਾ ਪਤਾ ਨਹੀਂ ਆਮ। ਤੇ ਸਿਲੈਕਸ਼ਨ ਦੇ ਵਿੱਚ ਡੋਮੀਨੇਟ ਕਰ ਰਹੇ ਸੀ ਸਾਰਾ ਬਾਦਲ, ਕਿਉਂਕਿ CM ਸੀ ਕਿ CM ਨਾਰਮਲੀ ਕਰਦੇ ਹੁੰਦੇ, ਕੋਈ ਅਜੀਬ ਗੱਲ ਨਹੀਂ ਗੀ। ਤਾਂ ਸੰਤ ਜਰਨੈਲ ਸਿੰਘ ਨੇ ਕਿਹਾ ਵੀ ਮੈਂ ਆਪਣੇ ਕੈਂਡੀਡੇਟ ਖੜੇ ਨਹੀਂ ਕਰੂੰਗਾ, ਪਰ ਤੁਸੀਂ ਐਂ ਕਰੋ ਵੀ ਜਿਹੜੇ ਅਕਾਲੀ ਦਲ ਦੇ ਕੈਂਡੀਡੇਟ ਆ ਉਹ ਘੱਟੋ ਘੱਟ ਅੰਮ੍ਰਿਤਧਾਰੀ ਹੋਣ। ਉਹਨਾਂ ਦੀ ਗੱਲ ਇਗਨੋਰ ਹੋ ਗਈ। ਹੁਣ ਇੱਕ ਗੱਲ ਜਿਹੜੀ ਹੁਣ ਸਮਝ ਨਹੀਂ ਆਉਂਦੀ, ਇੱਕ ਹੋਰ ਪੁਆਇੰਟ ਵੀ ਹੈ। ਬਾਦਲ ਸਾਹਿਬ ਨੇ ਇੱਕ ਕੈਂਡੀਡੇਟ ਪੇਸ਼ ਕਰਤਾ, ਉਸ ਦੀ ਸਰਦਾਰ ਜੀਵਨ ਸਿੰਘ ਉਮਰਾ ਨੰਗਲ, ਬਿਆਸ ਹਲਕੇ ਤੋਂ। ਬਿਆਸ ਹਲਕਾ ਉਹ ਹੈ ਜਿਹਦੇ ਵਿੱਚ ਦਮਦਮੀ ਟਕਸਾਲ ਪੈਂਦੀ ਹੈ, ਮਹਿਤਾ ਚੌਕ। ਸੰਤ ਭਿੰਡਰਾਂਵਾਲੇ ਨੇ ਕਿਹਾ ਵੀ ਚਲੋ ਤੁਸੀਂ ਨਹੀਂ ਅੰਮ੍ਰਿਤਧਾਰੀ ਕੈਂਡੀਡੇਟ ਖੜੇ ਕੀਤੇ ਤੇ ਘੱਟੋ ਘੱਟ ਉਮਰਾ ਨੰਗਲ ਨੂੰ ਤਾਂ ਵਿਡਰਾ ਕਰ ਲਓ। ਉਮਰਾ ਨੰਗਲ ਨਰਕਾਰੀਆਂ ਦਾ ਸੌਫਟ ਕਾਰਨਰ ਸੀ ਇਹਦਾ। ਸਟੇਜ ਤੇ ਜਦੋਂ ਨਰਕਾਰੀ ਕਾਂਡ ਹੋਇਆ, ਇਹ ਉਮਰਾ ਨੰਗਲ ਤੇ ਸੰਤ ਜਰਨੈਲ ਸਿੰਘ ਦਾ ਕਲੈਸ਼ ਹੋਇਆ ਸੀ। ਇਹ ਉਦੋਂ ਮਿਨਿਸਟਰ ਸੀ। ਹੁਣ ਜਦੋਂ ਇਹਨੂੰ ਬਿਆਸ ਤੋਂ ਖੜਾ ਕਰਤਾ, ਉੱਥੇ ਫਿਰ ਕਨਫਰੰਟੇਸ਼ਨ ਬਾਦਲ ਸਾਹਿਬ ਦੀ ਤੇ ਸੰਤ ਜਰਨੈਲ ਸਿੰਘ ਦੀ ਆ ਗਈ। ਉਸ ਸਿਚੁਏਸ਼ਨ ਦੇ ਵਿੱਚ ਸੰਤ ਜਰਨੈਲ ਸਿੰਘ ਨੇ ਆਪਣੇ ਕੈਂਡੀਡੇਟ ਖੜੇ ਕੀਤੇ। ਉਹ ਵਿਡਰਾ ਕਰਨ ਨੂੰ ਤਿਆਰ ਸੀ ਜੇ ਬਾਦਲ ਸਾਹਿਬ ਉਮਰਾ ਨੰਗਲ ਨੂੰ ਵਿਡਰਾ ਕਰ ਲੈਂਦੇ। ਹੁਣ ਬਾਦਲ ਸਾਹਿਬ ਕਿਉਂ ਅੜ ਗਏ ਇਸ ਕੇਸ ਦੇ ਵਿੱਚ ਉਸ ਬੰਦੇ ਨੂੰ ਖੜਾ ਕਰਨ ਵਾਸਤੇ ਜਿਹੜਾ ਪ੍ਰੋ ਨਰਕਾਰੀ ਸੀ? ਇਹਦਾ ਜਵਾਬ ਤਾਂ ਬਾਦਲ ਸਾਹਿਬ ਹੀ ਦੇ ਸਕਦੇ ਹੈ। ਇਹਦਾ ਜਵਾਬ ਨਾ ਉਸ ਵੇਲੇ ਗੁਰਚਰਨ ਸਿੰਘ ਟੌੜਾ ਕੋਲ ਸੀ, ਨਾ ਜਗਦੇਵ ਸਿੰਘ ਤਲਵੰਡੀ ਕੋਲ ਸੀ। ਇੱਕ ਹੋਰ ਬਰਗਾੜੀ ਨੂੰ ਲੈ ਕੇ ਫਿਰ, ਕਿਉਂਕਿ ਹਾਈ ਕੋਰਟ ਨੇ ਰਿਪੋਰਟ ਰਿਜੈਕਟ ਕਰਤੀ, SIT ਵੀ ਕਹਿੰਦੇ ਨਵੀਂ ਬਣਾਓ। ਮੀਟਿੰਗਾਂ ਪੰਥਕ ਧਿਰਾਂ ਵੀ ਬਹੁਤ ਤੱਤੀਆਂ ਹੋਈਆਂ ਫਿਰਦੀਆਂ ਨੇ, ਮੀਟਿੰਗਾਂ ਕੀਤੀਆਂ ਜਾ ਰਹੀਆਂ ਕਿ ਬਰਗਾੜੀ ਮੋਰਚਾ ਦੁਬਾਰਾ ਲਾਉਣਾ। ਉਹ ਲਾਉਣ ਦੀਆਂ ਗੱਲਾਂ ਹੋ ਰਹੀਆਂ ਨੇ। ਸਰਕਾਰ ਸੁਪਰੀਮ ਕੋਰਟ ਜਾਣ ਨੂੰ ਤਿਆਰ ਬੈਠੀ ਹੈਗੀ ਆ। ਨਵਜੋਤ ਸਿੰਘ ਸਿੱਧੂ ਜਿਹੜਾ ਸਰਕਾਰ ਦਾ ਇਸ ਸਮੇਂ ਹਿੱਸਾ ਨਹੀਂ ਹੈ, ਬਤੌਰ MLA ਨੇ ਜਾਂ ਬਤੌਰ ਨਵਜੋਤ ਸਿੰਘ ਸਿੱਧੂ, ਉਹ ਜਾ ਕੇ ਬਰਗਾੜੀ ਲੋਕਾਂ ਨੂੰ ਮਿਲ ਵੀ ਆਉਂਦੇ ਨੇ। ਇਹ ਕੀ ਪੂਰਾ ਸੀਨ ਕੀ ਬਣ ਰਿਹਾ? ਦੇਖੋ, ਮੈਂ ਇੱਕ ਗੱਲ ਨਾਲ ਲੈ ਕੇ ਤੁਰਦਾ ਹੁੰਦਾ ਕਿ ਇੱਕ ਗੁਨਾਹ ਦੀ ਸਜ਼ਾ ਇੱਕ ਵਾਰੀ ਮਿਲਦੀ ਹੁੰਦੀ ਹੈ। ਆਪਰੇਸ਼ਨ ਬਲੂ ਸਟਾਰ ਹੋਇਆ, ਲੋਕੀ ਕਾਂਗਰਸ ਨੂੰ ਮੁੜ ਕੇ ਪਾਵਰ 'ਚ ਪੰਜਾਬ 'ਚ ਲਿਆਏ।
ਬਾਦਲਾਂ ਨੂੰ ਪਿਛਲੀ ਇਲੈਕਸ਼ਨ ਸਜ਼ਾ ਮਿਲ ਗਈ ਸੀ, ਲੇਕਿਨ ਹੁਣ ਜਿਸ ਢੰਗ ਨਾਲ ਇਹ ਨੈਰੇਟਿਵ ਰਿਵਾਈਵ ਹੋ ਰਿਹਾ ਹੈ, ਇਹਦਾ ਮਤਲਬ ਕਿ ਇਹ ਸੈਂਟਰ ਸਟੇਜ ਤੇ ਆ ਰਿਹਾ ਹੈ। ਜਿਵੇਂ ਨਵਜੋਤ ਸਿੰਘ ਸਿੱਧੂ ਅੱਜ ਬਰਗਾੜੀ ਗਏ ਤੇ ਉੱਥੇ ਜੋ ਕੁਝ ਵਾਪਰਿਆ ਹੈ, ਉਹ ਵੀ ਇੰਡੀਕੇਸ਼ਨ ਹੈ। ਹੁਣ ਜਿਹੜਾ ਲੀਗਲ ਪ੍ਰੋਸੈਸ ਹੈ ਉਹ ਸਕਟਲ ਹੋ ਗਿਆ, ਹਾਈ ਕੋਰਟ ਤੋਂ ਹੋਇਆ। ਸਿੱਟ ਜਿਹੜੀ ਸੀ ਉਹ ਕੁਐਸ਼ ਕਰਤੀ, ਉਹ ਸਾਰੇ ਚਲਾਨ ਕੁਐਸ਼ ਹੋ ਗਏ ਉਹਦੇ ਨਾਲ। ਇੱਕ ਵਾਰੀ ਸਾਰਾ ਪ੍ਰੋਸੈਸ ਸਟੈਂਡ ਸਟਿਲ ਹੋ ਗਿਆ। ਜਿਹੜੀ 78 'ਚ ਗੱਲ ਵਾਪਰੀ ਸੀ ਉਹੀ ਇੱਥੇ ਵਾਪਰ ਰਹੀ ਹੈ। ਇੱਕ ਧਿਆਨ ਰੱਖਿਓ, ਉੱਥੇ ਵੀ ਜਸਟਿਸ ਨਹੀਂ ਸੀ ਮਿਲ ਰਿਹਾ, ਇੱਥੇ ਜਸਟਿਸ ਦੇ ਰਾਜ ਫਿਰ ਅਰੋੜਾ ਆ ਗਿਆ। ਜਿਹੜਾ 78 'ਚ ਵਾਕਿਆ ਹੋਇਆ, ਅਸੀਂ ਅਗਰ ਇਹ 2015 ਵਾਲੇ ਵਾਕਿਆ ਨੂੰ ਜੋੜ ਕੇ ਦੇ ਦੇ ਤੇ ਅਸੀਂ ਗਲਤੀਆਂ ਤੋਂ ਕੁਝ ਸਿੱਖਿਆ ਨਹੀਂ। ਨਹੀਂ, ਬਿਲਕੁਲ ਨਹੀਂ ਸਿੱਖਿਆ। ਪਲੇਅਰ ਵੀ ਉਹੀ ਇਨਵੋਲਵ ਹੈਗੇ ਹੈ। ਜੀ ਦੇਖੋ, ਪਿਆਰੀ ਗੱਲ ਇਹ ਹੈ, ਕੁਝ ਪਲੇਅਰ ਉਹੀ ਹੈ, ਲੇਕਿਨ ਸਿੱਖ ਨਹੀਂ ਰਹੇ ਅਸੀਂ। ਇਹ ਪੰਜਾਬ ਦਾ ਦੁਖਾਂਤ ਹੈ ਮੇਰੇ ਖਿਆਲ ਦੇ ਵਿੱਚ। ਸੋ ਜਿਹੜਾ ਬਰਗਾੜੀ ਇਸ਼ੂ ਹੈ, ਜੇ ਇਹ ਜਸਟਿਸ ਮਿਲਦਾ ਲੋਕਾਂ ਨੂੰ, ਇੱਕ ਗੱਲ ਤਾਂ ਬੜੀ ਕਲੀਅਰ ਹੈ ਕਿ ਕਿਸੇ ਵੀ ਮੁੱਖ ਮੰਤਰੀ ਨੂੰ ਕਦੇ ਪੁਲਿਸ ਫਾਇਰਿੰਗ ਦੇ ਮਾਮਲੇ ਦੇ ਵਿੱਚ ਕਦੇ ਦੋਸ਼ੀ ਨਹੀਂ ਠਹਿਰਾਇਆ ਗਿਆ। ਅਲਟੀਮੇਟਲੀ ਜਿਹੜੇ ਕਲਪਰੇਟ ਜਾਂ ਗੁਨਾਹਗਾਰ ਬਣਦੇ ਹੈ ਉਹ ਅਫਸਰ ਹੀ ਬਣਦੇ ਹੈ। ਲੇਕਿਨ ਇਹ ਇਸ਼ੂ ਪੰਜਾਬ ਦਾ ਸਿਰਫ ਇਹ ਨਹੀਂ ਹੈ ਕਿ ਇੱਕ ਗੁਨਾਹ ਹੋਇਆ ਹੈ। ਮੈਂ ਸਮਝਦਾ ਕਿ ਜਿਹੜਾ ਰਿਲੀਜੀਓ ਪੋਲੀਟੀਕਲ ਆਸਪੈਕਟ ਹੈ ਇਸ ਸਾਰੇ ਨੈਰੇਟਿਵ ਦਾ, ਉਹ ਇਕੁਅਲੀ ਇੰਪੋਰਟੈਂਟ ਹੈ ਜਿੰਨਾ ਕਿ ਪੁਲਿਸ ਆਸਪੈਕਟ। ਜਿਸ ਤਰ੍ਹਾਂ ਤੁਸੀਂ ਸਮਝਾਉਣ ਦਾ ਯਤਨ ਕਰ ਰਹੇ ਹੋ, ਅਗਰ ਮੋਟਾ ਸਮਝਿਆ ਜਾਵੇ ਤੇ ਪੰਜਾਬ ਫਿਰ ਕਿਤੇ ਨਾ ਕਿਤੇ, ਮੈਂ ਮਹਿਸੂਸ ਕੀਤਾ ਤੁਹਾਡੀਆਂ ਗੱਲਾਂ ਤੋਂ, ਕਿ ਅੱਗ ਦੇ ਕੰਢੇ ਤੇ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ। ਨਹੀਂ, ਬਿਲਕੁਲ। ਕੋਈ ਤੁਸੀਂ ਜੇ ਪਿੱਛੇ ਦੇਖੋ ਤਾਂ 2-3 ਵਾਰੀ ਅਟੈਂਪਟ ਹੋਈ ਡੇਰਾ ਸੱਚਾ ਸੌਦਾ ਦੇ ਚੀਫ ਤੇ ਮੈਨੂੰ ਇੱਕ ਗੱਲ ਸਮਝਾਓ, ਜੇ ਬਾਦਲ ਪਰਿਵਾਰ ਐਡੀ ਵੱਡੀ ਸਿਕਿਉਰਿਟੀ ਲੈ ਕੇ ਕਿਉਂ ਘੁੰਮ ਰਿਹਾ ਆਪਣੀ ਸਟੇਟ ਦੇ ਵਿੱਚ, ਕਿਤੋਂ ਡਰ ਹੈ? ਇਹਦਾ ਮਤਲਬ ਪੰਜਾਬ ਨਾਰਮਲ ਨਹੀਂ ਹੈ, ਇੱਥੇ ਖਤਰਾ ਲੋਕਾਂ ਨੂੰ ਬੜਿਆ ਹੋਇਆ। ਐਕਸ਼ਨ ਦਾ ਰਿਐਕਸ਼ਨ ਤੇ ਹੋਣਾ ਲਾਜ਼ਮੀ ਆ। ਤੁਸੀਂ ਇਸ ਢੰਗ ਨਾਲ ਗੱਲ ਕਹਿ ਲਓ, ਲੇਕਿਨ ਸਿਚੁਏਸ਼ਨ ਤਾਂ ਗੜਬੜ ਹੈ। ਜੇ ਇਨਸਾਫ ਨਹੀਂ ਮਿਲਣਾ, ਗੁਰੂ ਗ੍ਰੰਥ ਸਾਹਿਬ ਦੀ ਚੋਰੀ ਹੁੰਦੀ ਹੈ, ਇਤਿਹਾਸ ਪਹਿਲਾ ਕੇਸ ਹੈ, ਸਰਕਾਰ ਬਾਦਲ ਦੀ ਹੈ, ਜਿਹੜੇ ਸਿੱਖ ਪ੍ਰੋਟੈਸਟ ਕਰ ਰਹੇ ਹੈ ਉਹਨਾਂ ਤੇ ਗੋਲੀ ਚੱਲਦੀ ਹੈ। ਅਕਾਲੀ ਸਰਕਾਰ ਹੋਵੇ ਤੇ ਗੋਲੀ ਉਹਨਾਂ ਲੋਕਾਂ ਨੇ ਚੱਲੇ ਜਿਹੜਾ ਗ੍ਰੰਥ ਸਾਹਿਬ ਦਾ ਇਨਸਾਫ ਮੰਗ ਰਹੇ ਬੇਅਦਬੀ ਦਾ। ਮੇਰਾ ਆਖਰੀ ਸਵਾਲ ਹੈ ਭਾਈ ਕਿ ਜਿਹੜਾ ਖਾਲਸਾ ਦਿਹਾੜਾ ਦਸਮ ਪਾਤਸ਼ਾਹ ਵਾਲਾ, ਉਹ ਤਾਂ ਇੱਕ ਬੜੀ ਵੱਖਰੀ ਸ਼ਾਨ ਵਾਲਾ ਮਾਣਮੱਤਾ। ਸਾਕਾ ਨਨਕਾਣਾ ਤੋਂ ਲੈ ਕੇ ਤੇ ਸਾਕਾ ਬਰਗਾੜੀ ਅਸੀਂ ਕੁਛ ਨਹੀਂ ਅਜੇ ਤੱਕ ਸਿੱਖਿਆ ਗਾ। ਤਿੰਨੇ ਵਿਸਾਖੀਆਂ ਮੇਰੇ ਖਿਆਲ ਦੇ ਵਿੱਚ ਨਹੀਂ ਸਿੱਖਿਆ, ਔਰ ਇਹੀ ਦੁਖਾਂਤ ਹੈ। ਇਹ ਤਾਂ ਸਿੱਖ ਕੌਮ ਨੂੰ ਬੈਠ ਕੇ ਦੇਖਣਾ ਚਾਹੀਦਾ ਹੈ। ਹੁਣ ਹੋਰ ਵੀ ਜ਼ਿਆਦਾ ਡੈਮੇਜ ਹੋਇਆ ਹੋਇਆ। ਪਹਿਲਾਂ ਕਦੇ ਸਿੱਖਾਂ ਦੇ ਇੰਸਟੀਟਿਊਸ਼ਨਸ ਇਸ ਢੰਗ ਨਾਲ ਡੈਮੇਜ ਨਹੀਂ ਸੀ ਹੋਏ। ਹੁਣ ਉਹ ਇੰਸਟੀਟਿਊਸ਼ਨਸ ਜਿਨ੍ਹਾਂ ਨੇ ਇਹਨਾਂ ਇਸ਼ੂਜ਼ ਨੂੰ ਟੇਕ ਅਪ ਕਰਨਾ ਸੀ, ਉਹੀ ਡੈਮੇਜ ਹੋ ਚੁੱਕੇ ਹੈ। ਇਹ ਵੱਡਾ ਦੁਖਾਂਤ ਹੈ। ਬਹੁਤ ਮਿਹਰਬਾਨੀ। ਔਰ ਬਹੁਤ ਵੱਡੀ ਗੱਲ ਕਿ ਅਸੀਂ 3 ਵਿਸਾਖੀਆਂ ਦੀ ਗੱਲ ਕੀਤੀ। ਇੱਕ 1699 ਵਾਲੀ ਜੋ ਦਸਮ ਪਾਤਸ਼ਾਹ ਖਾਲਸਾ ਪੰਥ ਦੀ ਸਿਰਜਣਾ ਕਰਦੇ ਨੇ, ਫਿਰ ਅੰਗਰੇਜ਼ਾਂ ਨੇ ਜਿਹੜਾ 13 ਅਪ੍ਰੈਲ 1919 ਦੇ ਵਿੱਚ ਜਲਿਆਂਵਾਲੇ ਬਾਗ ਬਹੁਤ ਵੱਡੀ ਸ਼ਹਾਦਤ ਹੋਈ ਸੀ, ਔਰ ਫਿਰ 1978 ਦੀ। ਪਰ ਗੱਲ ਜੇ ਬਰਗਾੜੀ ਦੀ ਕਰੀਏ, ਕਿਉਂਕਿ ਬਰਗਾੜੀ ਦਾ ਐਪੀਸੋਡ ਵੀ ਜੁੜ ਗਿਆ, ਤੇ ਕੀ ਸਾਕਾ ਨਨਕਾਣਾ ਸਾਹਿਬ ਤੋਂ ਲੈ ਕੇ ਤੇ ਜਿਹੜਾ ਸਾਕਾ ਬਰਗਾੜੀ ਕਾਂਡ, ਜਿੰਨੀਆਂ ਵੀ ਗਲਤੀਆਂ ਹੋਈਆਂ ਨੇ, ਕਿ ਸਿੱਖ ਕੌਮ ਨੇ, ਸਿੱਖ ਧਰਮ ਨੇ ਜਾਂ ਪੰਥ ਨੇ ਕੁਝ ਸਿੱਖਿਆ? ਤੇ ਹਾਲਾਤ ਫਿਰ ਉੱਦਾਂ ਦੇ ਬਣੇ ਹੋਏ ਨੇ ਕਿ ਜਿਹੜੇ ਪੰਜਾਬ ਫਿਰ ਅੱਗ ਤੇ ਕੰਢੇ ਤੇ ਖੜਾ, ਕਿਉਂਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਜਦ ਕਿਸੇ ਵੀ ਕੌਮ ਨੂੰ ਇਨਸਾਫ ਨਹੀਂ ਮਿਲਦਾ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ, NV ਨਿਊਜ਼, ਚੰਡੀਗੜ੍ਹ।